कोरोना वायरस कितनी घातक बीमारी है, इस बात का कोई अंदाजा भी नहीं लगाया जा सकता है। जानकारी के लिए बताना चाहेंगे, इस महामारी को खत्म करने के लिए अब तक किसी भी देश ने किसी भी तरीके का कोई भी वैक्सीन या फिर दवा का इजाद नहीं कर पाया है। तो इस बात से आप अंदाजा लगा सकते हैं कि कोरोना महामारी कितनी घातक है। कोरोना का सिर्फ एक ही इलाज है, सोशल डिस्टेंसिंग। अगर परिवार के किसी भी सदस्य को अगर कोरोना हो जाता है, परिवार के दूसरे सदस्य अगर नेगेटिव आते हैं तब भी उन्हें 14 दिन तक क्वारंटाइन में रखा जाता है। लेकिन देश में कई ऐसे भी लोग हैं जो क्वारंटाइन की धज्जियां उड़ाते हुए नजर आते हैं और ठीक ऐसा ही मामला पंजाब के लुधियाना शहर से जुड़ा हमें दिखाई दे रहा है। यह घटना घटी है लुधियाना के जलंधर बाईपास की, जहां पर सिल्वर कुंज कॉलोनी में रहने वाला जसपाल सिंह चीमा क्वारंटाइन की धज्जियां उड़ाता हुआ नजर आया और 14 दिन तक क्वारंटाइन में रहते हुए उसने सिर्फ घर से बाहर ही नहीं निकला बल्कि साइकिल पर घूमकर क्वारंटाइन की धज्जियां उड़ाई। हालांकि इस बात का जब पता इलाका वासियों को लगा तो उन्होंने इस बात का विरोध किया, लेकिन उल्टा जसपाल सिंह चीमा उनसे ही गाली गलौज करने लगा। बाद में पुलिस ने आकर मामले की संगीनता को देखते हुए जसपाल सिंह चीमा पर उचित कार्रवाई की, जिसके बाद ये मामला ठंडा पड़ा। देखिए हमारी ये एक्सक्लूसिव रिपोर्ट। ਤੁਹਾਨੂੰ ਅੰਦਰ ਆਉਣਾ ਚਾਹੀਦਾ ਤੁਹਾਨੂੰ ਜਦ ਲਾ ਕੇ ਸਟicker ਲਾ ਕੇ ਮੈਂ ਤਾਂ ਫਿਰ ਦੱਸਾਂ ਬਣ ਗਿਆ ਮੈਨੂੰ ਨਹੀਂ ਤੁਹਾਨੂੰ ਅੰਦਰ ਤੁਹਾਨੂੰ ਪਤਾ ਹਾਲਾਤ ਖਰਾਬ ਹੈਗੇ, ਤੁਹਾਡਾ ਫਰਜ਼ ਬਣਦਾ ਕਿ ਮੰਦਰ ਆਵਾਂ ਕਿ ਬਾਕੀ ਦੀ ਕੱਲ ਬੱਚਿਆਂ ਨਾਲ ਖੇਲੇ ਤੁਸੀਂ ਚੰਗਾ ਕੀਤਾ ਤੁਸੀਂ ਮੇਰੇ ਬੱਚੇ ਦਾ ਘੰਟੇ ਮੈਂ ਨਿੱਕਰ ਪਾ ਕੇ ਤਾਂ ਇਹਨੂੰ ਬੰਦ ਕਰ ਪਹਿਲਾਂ ਨਹੀਂ ਨਿੱਕਰ ਬੰਦ ਮੈਨੂੰ ਕਿਉਂ ਬੰਦ ਕਰਾ ਤੁਸੀਂ ਬੰਦ ਕੀਤੀ ਵਾਰੀ ਉਹ ਪਿਛਲੀ ਵਾਰੀ ਤੁਸੀਂ ਬਿਜਲੀ ਨਹੀਂ ਬੰਦ ਕੀਤੀ ਚੱਲ ਚੰਗੀ ਦਾ ਠੋਕ ਲਾ ਫਿਰ ਜੋ ਨਹੀਂ ਠੋਕ ਹੀ ਲਵਾਂ ਕਰਨਾ ਜੋ ਕਰਨਾ ਹੀ ਮੈਂ ਕਹਿ ਰਿਹਾ ਤੁਹਾਡੇ ਸਟicker ਲਗਾ ਗਈ ਸਰਕਾਰ, ਤੁਹਾਡਾ ਮਤਲਬ ਨਹੀਂ ਬੰਦਾ ਬਾਹਰ ਘੁੰਮਣਾ ਚਲੋ ਨਹੀਂ ਇੱਥੇ ਕਿ ਕੋਈ ਸਾਰੇ ਮਹੱਲੇਦਾਰ ਆ ਦੀ ਬੱਚਿਆਂ ਨਾਲ ਖੇਡਦੇ ਕਿ ਇੱਥੇ ਚੱਲੀ ਹੁੰਦੇ ਹੈਗੇ ਉਹ ਛੱਡੋ ਬਸ ਐਵੇਂ ਨਹੀਂ ਕਰੀ ਮੈਨੂੰ ਹੋਇਆ ਕੀ ਹੈ ਕੋਈ ਨਹੀਂ ਉਹ ਤੁਸੀਂ ਆਪਣਾ ਘਰ ਪੜੇ ਕਿ ਨਹੀਂ ਆਏ ਮੋੜ ਕੇ ਤੁਹਾਨੂੰ ਉਹ ਛੱਡੋ ਜੀ ਤੁਸੀਂ ਆਪਣਾ ਘਰ ਨਹੀਂ ਆਖਿਆ ਅਰੇ ਗਾਲੀ ਦੀ ਕਿ ਸੱਦੀ ਨਾ ਕਰੀ ਨਹੀਂ ਨਹੀਂ ਮੈਨੂੰ ਕੀ ਕਹਿਣਾ ਤੁਸੀਂ ਮੈਨੂੰ ਕੀ ਕਹਿਣਾ ਇਹਦੇ ਬੱਚੇ ਨਾਲ ਖੇਡਾਂ ਬਣਾ ਲਿਆ ਬੱਚਾ ਲਿਆ ਤੂੰ ਸਾਰਾ ਉੱਥੇ ਤੁਸੀਂ ਬੱਚਿਆਂ ਨਾਲ ਖੇਡਦੇ ਚੱਲ ਆ ਕੇ ਕਿਹੜਾ ਆ ਬੱਚਿਆਂ ਨਾਲ ਕੱਲ ਦੀ ਖੇਲੇ ਸੀ ਸਵੇਰੇ ਦੀ ਗੁਰਦੁਆਰੇ ਵੀ ਜਾ ਕੇ ਆਏ ਤੁਸੀਂ ਆ ਜਾ ਕੇ ਉਹਨਾਂ ਦੀ ਨਹੀਂ ਜਾਣਾ ਤੁਹਾਨੂੰ ਘਰ ਬਣਾਉਣਾ ਚਾਹੀਦਾ ਸੀਮਾ ਸਾਹਿਬ ਦੀ ਵੱਡੇ ਸਿਆਣੇ ਆ ਕੇ ਤੁਹਾਨੂੰ ਘਰ ਬਣਾਉਣਾ ਚਾਹੀਦਾ ਇਸ ਵੇਲੇ ਜੇ ਕੋਈ ਇਹੋ ਜਿਹੀ ਕੋਈ ਮੁਸ਼ਕਲ ਆ ਗਈ ਤਾਂ ਬੰਦ ਕਰ ਪਹਿਲਾਂ ਕਿਉਂ ਬੰਦ ਕਰਾਂ ਮੈਨੂੰ ਮੈਂ ਇਹਨੂੰ ਕਿਉਂ ਬੰਦ ਕਰਾਂ ਮੈਂ ਫਿਰ ਇੱਥੇ ਜਾਣ ਮੇਰੇ ਬਸ ਠੀਕ ਆ ਕੋਈ ਗੱਲ ਨਹੀਂ ਕਮਾਲ ਦੀ ਮੇਰਾ ਗੱਲ ਮੋਬਾਈਲ ਕਿਵੇਂ ਬੰਦ ਕਰ ਲਓ ਤੁਸੀਂ ਮੇਰੇ ਮੋਬਾਈਲ ਬੰਦ ਕਰ ਲਓ ਚਲੋ ਛੱਡੋ ਮੈਨੂੰ ਕੋਈ ਨਹੀਂ ਹਾਂ ਮੈਂ 95 ਸਿਲਵਰ ਕੁਇਨ ਦੇ ਵਿੱਚ ਰਹਿੰਦਾ। ਮੇਰੇ ਬੇਟੇ ਨੇ ਮੈਨੂੰ ਆ ਕੇ ਦੱਸਿਆ ਵੀ ਚੀਮਾਈ ਦੇ ਉਹਦੇ ਫਰੰਟ ਤੇ ਇੱਕ ਰੈੱਡ ਪਲੇਟ ਲੱਗੀ ਹੋਈ ਹੈ ਕਿਉਂਕਿ ਉਹਨੂੰ ਪਤਾ ਸੀ ਵੀ ਕੁਆਰੰਟਾਈਜ਼ ਕੀਤਾ ਹੋਇਆ ਇਹਨੂੰ। ਤੇ ਮੈਂ ਹਾਲੇ ਨੇਗਰ ਸਾਹਿਬ ਨੂੰ ਕਹਿਣ ਹੀ ਆਇਆ ਸੀ ਤੇ ਇਹਨਾਂ ਨੇ ਮੈਨੂੰ ਆਵਾਜ਼ ਦਿੱਤੀ, ਦੇਖਿਆ ਤਾਂ ਉੱਥੇ ਪਲੇਟ ਲੱਗੀ ਹੋਈ ਸੀ। ਤਾਂ ਇਹਨਾਂ ਨੇ ਵੀ ਮੈਨੂੰ ਕਿਹਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੋ, ਬਚਾ ਰੱਖੋ ਇਹਨਾਂ ਗੱਲਾਂ ਦਾ। ਲੇਕਿਨ ਉਹ ਸ਼ਾਮ ਦਾ 7 ਵਜੇ ਮੈਨੂੰ ਸਾਰੇ ਮਗਰੋਂ ਫੋਟੋਆਂ ਵੀ ਪਾਈਆਂ ਵੀ ਇਸ ਤਰ੍ਹਾਂ ਕਰਕੇ ਤਾਂ ਉਹ ਸ਼ਰੇਆਮ ਉਹ ਸਾਈਕਲ 'ਤੇ ਕਲੋਨੀ ਦੇ ਵਿੱਚ ਘੁੰਮ ਰਹੇ ਆ। ਤਾਂ ਉਹਨਾਂ ਨੇ ਫਿਰ ਇੱਥੇ ਆ ਕੇ ਵੀ ਕਿਹਾ, ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਨੇਰ ਸਾਹਿਬ ਨੇ ਵੀ ਅਗਰ ਤੁਹਾਨੂੰ ਇਕਾਂਤਵਾਸ ਵਾਸਤੇ ਕਿਹਾ ਗਿਆ ਤਾਂ ਤੁਸੀਂ ਆਪਣੀ ਕਲੋਨੀ 'ਚ ਬੈਠੋ, ਘਰੇ ਬੈਠੋ। ਲੇਕਿਨ ਉਹ ਇਹਨਾਂ ਦਾ ਮੈਨੂੰ ਪਤਾ ਲੱਗਾ ਝਗੜਾ ਹੋ ਗਿਆ ਇਸ ਗੱਲ ਤੋਂ। ਉਹਨਾਂ ਕਿਹਾ ਵੀ ਨਹੀਂ ਤੁਸੀਂ ਮੈਨੂੰ ਕੌਣ ਹੁੰਦੇ ਹੋ ਰੋਕਣ ਵਾਲੇ। ਆਖਰ ਉੱਥੇ ਗਏ, ਪੁਲਿਸ ਵੀ ਆਈ। ਜਦੋਂ ਅਸੀਂ ਦੇਖਿਆ ਤਾਂ ਕਾਫੀ ਇਕੱਠ ਹੋਇਆ ਹੋਇਆ ਸੀ। ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਉਸ ਨੂੰ ਇਸ ਗੱਲ ਨੂੰ ਸਮਝਾਉਣ ਦੀ, ਲੇਕਿਨ ਉਹ ਨਹੀਂ ਸਮਝੇ ਇਸ ਗੱਲ ਨੂੰ। ਅਖੀਰ ਪੁਲਿਸ ਵਾਲੇ ਉਹਨਾਂ ਨੂੰ ਅੰਦਰ ਵਾੜ ਕੇ ਚਲੇ ਗਏ। ਜੋ ਤੁਹਾਡੇ ਕੋਲ ਪਲੇਟ ਲੱਗੀ ਹੋਈ ਹੈ ਇਕਾਂਤਵਾਸ ਦੀ, ਤੁਹਾਨੂੰ ਆਪਣੇ ਇਕਾਂਤਵਾਸ 'ਚ ਹੀ ਰਹਿਣਾ ਚਾਹੀਦਾ ਸੀ। ਥੈਂਕ ਯੂ। ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਇੱਥੇ ਸਿਲਵਰ ਕੋਲ ਸਮਾਜ ਤੇ ਜਿਹੜਾ ਬੰਦਾ ਕੰਟੈਕਟ ਕੀਤਾ ਗਿਆ? ਮੈਂ ਇੱਥੇ ਸਿਲਵਰ ਕੁੰਜ ਕਲੋਨੀ ਦਾ ਜਿਹੜੀ ਆਪਣੀ ਹੈਗੀ ਆ ਇੱਥੇ ਰਹਿਣ ਵਾਲਾ ਹਾਂ ਔਰ ਸਿਲਵਰ ਸਮਾਜ ਸੇਵਾ ਸੁਸਾਇਟੀ ਸਾਡੀ ਇੱਥੇ ਬਣੀ, ਮੈਂ ਉਹਦਾ ਪ੍ਰੈਜ਼ੀਡੈਂਟ ਹੈਗਾ ਵਾਂ। ਮੇਰੇ ਨਾਲ ਮੇਰੇ ਮੈਂਬਰ ਬੈਠੇ ਨੇ ਅਤੇ ਕੁਛ ਆਪਣੇ ਇੱਥੇ ਜਸਪਾਲ ਸਿੰਘ ਚੀਮਾ ਜੀ ਜਿਹੜੇ ਹੈਗੇ ਆ ਉਹਨਾਂ ਨੂੰ ਕੁਆਰੰਟਾਈਨ ਕੀਤਾ ਹੋਇਆ ਵਾ। ਅਤੇ ਲੇਕਿਨ ਕੁਛ ਲੋਕ ਮੇਰੇ ਕੋਲ ਚੱਲ ਕੇ ਆਏ ਕਿ ਉਹਨਾਂ ਨੂੰ ਕੁਆਰੰਟਾਈਨ ਕੀਤਾ ਲੇਕਿਨ ਘਰ ਰਹਿੰਦੇ ਨਹੀਂ ਹੈਗੇ। ਉਹ ਕਦੀ ਪਾਰਕ 'ਚ ਬੱਚਿਆਂ ਨਾਲ ਖੇਡਦੇ ਆ, ਕਦੀ ਉਹ ਗੁਰਦੁਆਰੇ ਜਾਂਦੇ ਆ, ਕਦੀ ਉਹ ਸਾਈਕਲ ਹੀ ਚਲਾਈ ਜਾਂਦੇ ਆ ਕਲੋਨੀ 'ਚ। ਅਤੇ ਸਾਰਿਆਂ ਨੇ ਮੇਰੇ ਕੋਲ ਆਏ ਬੰਦੇ, ਕਾਫੀ ਬੰਦੇ ਕਿ ਨੇਗਰ ਸਾਹਿਬ ਤੁਸੀਂ ਥੋੜ੍ਹਾ ਸਮਝਾਓ ਉਹਨਾਂ ਨੂੰ। ਹਰ ਕੋਈ ਬੰਦਾ ਉਹਨਾਂ ਕੋਲ ਡਰਦਾ ਵਾ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਉਹਨਾਂ ਨੂੰ ਜਾ ਕੇ ਕਿਹਾ ਕਿ ਚੀਮਾ ਸਾਹਿਬ ਤੁਸੀਂ ਆਪਣੇ ਅੰਦਰ ਰਹੋ ਕਿਉਂਕਿ ਮਾਹੌਲ ਬੜਾ ਖ਼ਰਾਬ ਆ। ਤੁਸੀਂ ਦੇਖਦੇ ਪਏ ਰੋਜ਼ ਦਿਹਾੜੀ ਜਿਹੜਾ ਇਹ ਕੰਮ ਹੋ ਰਿਹਾ ਵਾ, ਤੁਸੀਂ ਆਪਣੇ ਪੁਲਿਸ ਅੰਦਰ ਹੋ। ਲੇਕਿਨ ਉਹਨਾਂ ਨੇ ਉਸੇ ਵੇਲੇ ਮੈਨੂੰ ਗਾਲਾਂ ਗੂਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਤੁਸੀਂ ਕੌਣ ਹੁੰਦੇ ਹੋ, ਫਲਾਣਾ ਕੌਣ ਹੁੰਦੇ ਆ। ਬਾਅਦ 'ਚ ਮੈਂ ਚੁੱਪ ਕਰਕੇ ਆਪਣੇ ਅੱਗੇ ਨਿਕਲ ਗਿਆ।
ਜਦੋਂ ਮੈਂ ਅੱਗੇ ਨਿਕਲ ਗਿਆ ਤੇ ਇਹ ਆਪਣੇ ਘਰੋਂ ਜਾ ਕੇ ਕਾਰ 'ਚ ਡਾਂਗ ਲੈ ਆਏ। ਡਾਂਗ ਸਿਲਵਰ ਕੁੰਜ ਕਲੋਨੀ ਜਿਹੜੀ ਵੰਨ ਆ ਉਹਦੇ ਵਿੱਚ ਆ ਕੇ ਖੜੇ ਹੋ ਗਏ ਕਿ ਨਹੀਂ ਇਹ ਰਹੂਗਾ ਤਾਂ ਮੈਂ ਅੱਜ ਛੱਡਣਾ ਨਹੀਂ ਹੈਗਾ ਇਹਨੂੰ। ਮੈਂ ਆਪਣੇ ਅੱਗੇ ਅਨਰਿੰਦਰ ਵਰਮਾ ਜੀ ਮੇਰੇ ਦੋਸਤ ਆ, ਮੈਂ ਉੱਥੇ ਬਿਠਾ ਰਿਹਾ ਕਾਫੀ ਦੇਰ। ਫਿਰ ਜਦੋਂ ਸਾਰੇ ਮੈਨੂੰ ਕੋਈ ਇਕੱਠੇ ਹੋ ਕੇ ਬੰਦੇ ਆਏ, ਕਹਿੰਦੇ ਜੀ ਉਹ ਤਾਂ ਡਾਂਗ ਲੈ ਕੇ ਖੜਾ, ਉਹਨੇ ਜਾਣਾ ਨਹੀਂ ਹੈਗਾ ਤੇ ਤੁਸੀਂ ਪੁਲਿਸ ਨੂੰ ਕਹਿ ਦਿਓ। ਇਸ ਕਰਕੇ ਮੈਂ 112 ਨੰਬਰ ਦੇ ਫੋਨ ਕੀਤਾ। ਪਹਿਲਾਂ ਮੈਂ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ, ਲੇਕਿਨ ਉਹ ਮੀਟਿੰਗ ਵੀ ਸੀ। ਫਿਰ ਮੈਂ ACP ਗੁਰਦੇਵ ਸਿੰਘ ਜੀ ਨੂੰ ਕੀਤਾ, ਉਹ ਵੀ ਮੀਟਿੰਗ ਸੀਗੇ। ਫਿਰ 112 ਨੰਬਰ 'ਤੇ ਕੀਤਾ ਤੇ PCR ਵਾਲੇ ਆਏ ਤੇ PCR ਵਾਲੇ ਬੜਾ ਸਮਝਾਇਆ, ਉਹ ਨਹੀਂ ਸਮਝੇ। ਉਹਨਾਂ ਨੇ ਫਿਰ ਆਪਣੇ SHO ਜਿਹੜੇ ਆਪਣੇ ਮੈਡਮ ਹੈਗੇ ਆ ਸੇਮ ਡਾਬਰੀ, ਉਹ ਆਏ। ਉਹ ਜਦੋਂ ਆਏ ਤਾਂ ਉਹਨਾਂ ਨੇ ਸਮਝਾਇਆ ਤੇ ਅੰਦਰ ਉਹਨਾਂ ਨੂੰ ਕਿਹਾ ਬੈਠਣ ਨੂੰ ਕਿਹਾ ਕਿ ਅੰਦਰ ਰਹੋ, ਤੁਸੀਂ ਬਾਹਰ ਨਾ ਆਓ। ਲੇਕਿਨ ਉਦੋਂ ਵੀ ਉਹ ਮੰਨਦੇ ਨਹੀਂ ਸੀ ਪਏ। ਤੇ ਬਾਕੀ ਜਿਹੜਾ ਮਾਹੌਲ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇਸ ਵੇਲੇ ਬੜਾ ਬੁਰਾ ਚੱਲਦਾ ਪਿਆ ਵਾ। ਸਾਰੇ ਆਪਣੇ ਲੋਕਾਂ ਸਾਰੇ ਵਪਾਰ ਛੱਡ ਕੇ ਘਰ ਬੈਠੇ ਆ। ਇਹਨਾਂ ਨੂੰ ਆਪਾਂ ਰਿਕੁਐਸਟ ਕੀਤੀ ਕਿ ਘਰ ਬੈਠੋ, ਲੇਕਿਨ ਇਹਨਾਂ ਨੇ ਮੈਨੂੰ ਬਹੁਤ ਗਾਲੀ ਗਲੋਚ ਕੀਤੀ ਤੇ ਇਹਦੇ ਨਾਲ ਹੀ ਬਸ ਇੰਨੀ ਗੱਲ ਸਾਡੀ ਹੋਈ ਹੈ।